ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਹੈ ਜਿੱਥੇ ਚਾਨਣ ਪਾਉਣਾ ਤੁਹਾਡੇ ਸਾਹਮਣੇ ਰੱਖਾਂਗੇ ਤੇ ਤੁਹਾਡਾ ਤਰਾਹ ਨਿਕਲ ਜਾਏਗਾ। ਪਾਕਿਸਤਾਨ ਕਿੱਥੋਂ ਤੱਕ ਅੱਪੜ ਗਿਆ ਤੇ ਹਜੇ ਪਤਾ ਨਹੀਂ ਅਸੀਂ ਕਿੱਥੋਂ ਤੱਕ ਅੱਪੜਨਾ। ਖਬਰ ਇਹ ਹੈ ਕਿ ਬਲੂਚਿਸਤਾਨ ਦੇ ਦਾਰੁਲ ਹਕੂਮਤ ਕੋਇਟਾ ਉੱਥੇ ਕੁਰਾਨ ਕਰੀਮ ਦੇ ਜਿਹੜੇ ਜ਼ਈਫ ਔਰਾਕ ਔਰ ਕਦੀਮ ਨੁਸਖਿਆਂ ਨੂੰ ਮਹਿਫੂਜ਼ ਰੱਖਣ ਵਾਸਤੇ ਇੱਕ ਉੱਥੇ ਬੜਾ ਹੀ ਮਸ਼ਹੂਰ ਮਕਾਮ ਹੈ। ਮੈਂ ਉਹਨੂੰ ਵਿਜ਼ਿਟ ਵੀ ਕੀਤਾ, ਵੇਖਣ ਦੀ ਸਾਦਤ ਵੀ ਮਿਲੀ ਹੈ। ਉਹਨੂੰ ਆਖਿਆ ਜਾਂਦਾ ਹੈ ਜਬਲੇ ਨੂਰੁਲ ਕੁਰਾਨ। ਇੱਕ ਪਹਾੜੀ ਹੈ, ਉਹਦੇ ਵਿੱਚ ਗਾਰ ਕਹਿ ਲਓ। ਉੱਥੇ ਕੁਰਾਨ ਕਰੀਮ ਦੇ ਜਿਹੜੇ ਨੁਸਖਾਜਾਤ ਨੇ ਜਾਂ ਜਿਹੜੇ ਐਸੇ ਕੁਰਾਨ ਕਰੀਮ ਦੀਆਂ ਕੁਤਬ ਨੇ ਜਿਹੜੇ ਹੁਣ ਦਰੁਸਤ ਹਾਲਤ 'ਚ ਨਹੀਂ ਹੈ, ਇਸਤੇਮਾਲ ਹੋ ਕੇ ਫਟ ਗਏ ਨੇ ਜਾਂ ਪੁਰਾਣੇ ਨੇ ਬਹੁਤ, ਉਹ ਤਾਂ ਕਿ ਉਹਨਾਂ ਦੀ ਤੋਹੀਨ ਨਾ ਹੋਏ ਔਰ ਉਹ ਹਵਾ ਦੇ ਨਾਲ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਜ਼ਮੀਨ 'ਤੇ ਨਾ ਪਏ ਹੋਣ, ਉਹਨਾਂ ਨੂੰ ਉੱਥੇ ਸਟੋਰ ਕੀਤਾ ਜਾਂਦਾ। ਉਸ ਜਿਹੜਾ ਜਬਲੇ ਨੂਰੁਲ ਕੁਰਾਨ ਹੈ ਉਹਦੇ ਵਿੱਚੋਂ ਨਾਮਾਲੂਮ ਅਫਰਾਦ ਨੇ 100 ਦੇ ਕਰੀਬ ਜਾਂ 100 ਤੋਂ ਜ਼ਾਇਦ ਕੀਮਤੀ ਔਰ ਨਾਦਰ ਕੁਰਾਨ ਪਾਕ ਦੇ ਨੁਸਖੇ ਜਿਹੜੇ ਨੇ ਉਹ ਚੋਰੀ ਕਰ ਲਏ ਨੇ। ਜੀ ਹਾਂ, ਤੁਸੀਂ ਦਰੁਸਤ ਸੁਣ ਰਹੇ ਹੋ। ਕੋਇਟਾ ਦੇ ਵਿੱਚ ਇੱਕ ਪਹਾੜੀ ਹੈ ਜਿਹਦੇ ਵਿੱਚ ਗਾਰਾਂ ਨੇ ਔਰ ਉੱਥੇ ਜਿਹੜੇ ਵੀ ਪੁਰਾਣੇ ਇਸਤੇਮਾਲ ਸ਼ੁਦਾ ਐਸੇ ਕੁਰਾਨ ਕਰੀਮ ਦੇ ਔਰਾਕ ਨੇ ਜਿਹੜੇ ਜਿਨ੍ਹਾਂ ਨੂੰ ਸੇਵ ਕਰਨਾ ਚਾਹੀਦਾ, ਮਤਲਬ ਅਦਰਵਾਈਜ਼ ਉਹ ਕਿਉਂਕਿ ਫਟ ਚੁੱਕੇ ਨੇ ਜਾਂ ਪੁਰਾਣਾ ਹੋ ਚੁੱਕਿਆ ਕਾਗਜ਼, ਉਹਨਾਂ ਨੂੰ ਉਸ ਗਾਰ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਇਹਤਰਾਮ ਦੇ ਨਾਲ ਰੱਖਿਆ ਜਾਂਦਾ ਹੈ ਤਾਂ ਕਿ ਤੋਹੀਨ ਨਾ ਹੋ ਸਕੇ ਔਰ ਤੋਹੀਨ ਤੋਂ ਬਚਿਆ ਜਾ ਸਕੇ। ਔਰ ਲੋਕਾਂ ਦੇ ਜ਼ਾਹਿਰ ਹੈ ਸ਼ਦੀਦ ਮਜ਼ਹਬੀ ਜਿਹੜੀ ਮੁਹੱਬਤ ਹੈ, ਅਕੀਦਾ ਹੈ, ਉਹਦੀ ਵਜ੍ਹਾ ਤੋਂ ਉੱਥੇ ਬਹੁਤ ਹੀ ਇਹਤਰਾਮ ਦੇ ਨਾਲ ਲੋਕ ਵਿਜ਼ਿਟ ਵੀ ਕਰਦੇ ਨੇ। ਔਰ ਹੁਣ ਉੱਥੋਂ ਖਬਰ ਆ ਰਹੀ ਹੈ ਕਿ 100 ਤੋਂ ਜ਼ਿਆਦਾ ਨੁਸਖੇ ਜਿਹੜੇ ਬਹੁਤ ਕਦੀਮ ਸਨ ਔਰ ਮੁਤਬਰ ਕੁਰਾਨ ਕਰੀਮ ਦੇ ਨੁਸਖੇ ਸਨ, ਉਹ ਉੱਥੋਂ ਚੋਰੀ ਕਰ ਲਏ ਗਏ ਨੇ। ਜਦੋਂ ਮੁਲਕ ਦੇ ਹੁਕਮਰਾਨ ਜਿਹੜੇ ਨੇ ਉਹ ਆਮ ਆਵਾਮ ਦੇ ਹੱਕ 'ਤੇ ਇਸ ਤਰੀਕੇ ਨਾਲ ਡਾਕਾ ਮਾਰਨ ਜੋ ਕੁਝ ਤੁਸੀਂ ਵੇਖਿਆ, ਤੇ ਫਿਰ ਲੋਕਾਂ ਦੀ ਜਿਹੜੀ ਚੋਰੀ ਕਰਨ ਦੀ ਨੀਅਤ ਹੈ ਉਹ ਕਿੱਥੋਂ ਦੀ ਕਿੱਥੇ ਅੱਪੜ ਜਾਂਦੀ। ਸੋਚੋ, ਉਹਨਾਂ ਕੁਰਾਨ ਕਰੀਮ ਦੇ ਨੁਸਖਿਆਂ ਨੂੰ, ਜ਼ਾਹਿਰ ਹੈ ਉਹ ਅਹਮ ਨੁਸਖੇ ਹੋਣਗੇ, ਪੁਰਾਣੇ ਨੁਸਖੇ ਹੋਣਗੇ, ਅਤੇ ਉਹਨਾਂ ਨੂੰ ਹਦੀਆ ਉਹਨੂੰ ਕਹਿਣਾ। ਹੁਣ ਤੁਸੀਂ, ਮੈਨੂੰ ਨਹੀਂ ਪਤਾ ਜਦੋਂ ਚੋਰ ਉਹਨਾਂ ਕੁਰਾਨ ਕਰੀਮ ਨੂੰ ਅੱਗੇ ਫਰੋਖਤ ਕਰੇ ਜਾ ਕੇ ਜਾਂ ਕਿਸੇ ਨੂੰ ਉਹ ਦੇ ਕੇ ਪੁਰਾਣੇ ਜਿਹੜੇ ਕਦੀਮ ਔਰ ਬੜੇ ਅਹਮ ਨੁਸਖੇ ਹੋਣਗੇ ਉਹਦੇ ਪੈਸੇ ਹਾਸਲ ਕਰੇਗਾ ਤੇ ਉਹਨੂੰ ਹਦੀਆ ਕਵਾਂਗੇ ਜਾਂ ਕੀਮਤ ਕਵਾਂਗੇ, ਇਹ ਮੈਨੂੰ ਨਹੀਂ ਪਤਾ। ਲੇਕਿਨ ਇਹ ਮੈਨੂੰ ਪਤਾ ਹੈ ਕਿ ਇਹ ਸਫਾਕੀ ਹੈ ਔਰ ਇਹ ਬੇਸ਼ਰਮੀ ਹੈ ਕਿ ਮਾਮਲਾਤ ਜਿਹੜੇ ਨੇ ਇਸ ਪਾਸੇ ਅਸੀਂ ਲੈ ਗਏ ਹਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਮਤੀਉੱਲਾ ਜਾਨ ਸਾਹਿਬ ਨੇ ਇੱਕ ਬੜਾ ਖੂਬਸੂਰਤ ਬਿਆਨ ਦਿੱਤਾ ਹੈ। ਉਹਨਾਂ ਬਿਆਨ ਦਿੱਤਾ ਹੈ ਜਿਹੜਾ ਸਦਰ ਟਰੰਪ ਨੇ ਤੜਥੱਲੀ ਮਚਾ ਦਿੱਤੀ ਹੈ ਅਮਰੀਕਾ ਦੇ ਵਿੱਚ, ਔਰ ਤੜਥੱਲੀ ਇਹ ਮਚਾਈ ਹੈ ਕਿ ਉਹਨਾਂ ਨੇ ਸਦਰ ਜੌਨ ਐਫ ਕੈਨੇਡੀ, ਮੈਂ ਜਿਸ ਸ਼ਹਿਰ ਦੇ ਵਿੱਚ ਇਸ ਵੇਲੇ ਮੌਜੂਦ ਹਾਂ, ਇਸੇ ਸ਼ਹਿਰ ਦੇ ਵਿੱਚ ਡੈਲਸ ਟੈਕਸਸ ਦੇ ਵਿੱਚ ਜੌਨ ਐਫ ਕੈਨੇਡੀ ਜਿਹੜਾ ਉਹਨੂੰ ਕਤਲ ਕੀਤਾ ਗਿਆ ਸੀ। ਜਿਸ ਵਕਤ ਇੱਕ ਪ੍ਰਿੰਟਿੰਗ ਪ੍ਰੈਸ ਕਹਿ ਲਓ ਜਾਂ ਸਕੂਲ ਦੀਆਂ ਕਿਤਾਬਾਂ ਇੱਕ ਬਿਲਡਿੰਗ ਦੇ ਵਿੱਚ ਜਿੱਥੇ ਸਟੋਰ ਕੀਤੀਆਂ ਜਾਂਦੀਆਂ ਸਨ, ਉੱਥੇ ਇੱਕ ਬੰਦੇ ਨੇ ਖਿੜਕੀ ਦੇ ਵਿੱਚੋਂ ਖੜੇ ਹੋ ਕੇ ਬੜੇ ਆਰਾਮ ਨਾਲ ਮਜ਼ਾ ਲੈ ਕੇ, ਮਤਲਬ ਕਿ ਕਿਸੇ ਨੇ ਉਹਨੂੰ ਡੱਕਿਆ ਨਹੀਂ, ਜਿਸ ਵੇਲੇ ਜੌਨ ਐਫ ਕੈਨੇਡੀ ਦੀ ਇੱਕ ਐਸੀ ਗੱਡੀ ਕਨਵਰਟੇਬਲ ਕਹਿ ਲਓ ਜਾਂ ਛੱਤ ਤੋਂ ਬਗੈਰ ਗੱਡੀ ਉੱਥੋਂ ਦੀ ਗੁਜ਼ਰ ਰਹੀ ਸੀ ਅਤੇ ਉਹਨੇ ਨਿਸ਼ਾਨਾ ਲੈ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ। ਬਹੁਤ ਹੀ ਅਮਰੀਕਾ ਦੇ ਜਿਹੜੇ ਚੰਦ ਬਹੁਤ ਹੀ ਹਰ ਦਿਲ ਅਜ਼ੀਜ਼ ਸਦੂਰ ਸਨ, ਉਹਨਾਂ ਦੇ ਵਿੱਚੋਂ ਇੱਕ ਜੌਨ ਐਫ ਕੈਨੇਡੀ ਦੀ ਪਰਸਨੈਲਿਟੀ ਸੀ। ਹੁਣ ਸਦਰ ਟਰੰਪ ਨੇ ਉਹਨਾਂ ਦੀ ਜਿਹੜੀ ਕਤਲ ਦੀ ਤਹਿਕੀਕਾਤ ਸੀ ਉਹਨੂੰ ਖੁਫੀਆ ਰੱਖਿਆ ਹੋਇਆ ਸੀ। ਉਸ ਰਿਪੋਰਟ ਨੂੰ ਉਹਨਾਂ ਨੇ 15 ਦਿਨ ਦੇ ਵਿੱਚ ਪਬਲਿਕ ਕਰਨ ਦੇ ਅਹਿਕਾਮਾਤ ਦਿੱਤੇ ਨੇ। ਨਾਲ ਹੀ ਨਾਲ ਉਹਨਾਂ ਨੇ ਜੌਨ ਐਫ ਕੈਨੇਡੀ ਦੇ ਭਾਈ ਰੋਬਰਟ ਕੈਨੇਡੀ ਨੂੰ ਵੀ ਜਿਹੜਾ ਕਤਲ ਕੀਤਾ ਗਿਆ ਸੀ, ਉਹਦੇ ਵੀ ਤਮਾਮ ਦੀ ਤਮਾਮ ਜਿਹੜੀ ਤਹਿਕੀਕ ਹੈ ਉਹਨੂੰ 45 ਦਿਨ ਦੇ ਵਿੱਚ, ਅਤੇ ਮਾਰਟਨ ਲੂਥਰ ਕਿੰਗ ਉਹਨਾਂ ਨੂੰ ਵੀ ਕਤਲ ਕੀਤਾ ਗਿਆ ਸੀ, ਉਹਨਾਂ ਦੇ ਵੀ ਜਿਹੜੀ ਕਤਲ ਦੀ ਤਮਾਮ ਇਨਵੈਸਟੀਗੇਸ਼ਨ ਹੈ ਉਹਨੂੰ ਵੀ 45 ਦਿਨ ਦੇ ਵਿੱਚ ਡੀਕਲਾਸੀਫਾਈਡ, ਮਤਲਬ ਪਬਲਿਕ ਕਰਨ ਦੀ ਅਹਿਕਾਮਾਤ ਦਿੱਤੇ ਨੇ ਕਿ ਆਵਾਮ ਦੇ ਸਾਹਮਣੇ ਰੱਖਿਆ ਜਾਏ, ਆਵਾਮ ਨੂੰ ਪਤਾ ਲੱਗੇ ਕਿ ਕੀ ਕੁਝ ਹੋਇਆ। ਮਤੀਉੱਲਾ ਜਾਨ ਸਾਹਿਬ ਨੇ ਬੜਾ ਹੀ ਖੂਬਸੂਰਤ ਡਿਮਾਂਡ ਕੀਤੀ ਹੈ। ਉਹਨਾਂ ਨੇ ਕਿਹਾ ਅਮਰੀਕਾ ਦੇ ਵਿੱਚ ਇਹ ਹੋ ਗਿਆ ਅਤੇ ਪਾਕਿਸਤਾਨ ਕਦੋਂ ਹਮੂਦ ਰਹਿਮਾਨ ਕਮਿਸ਼ਨ ਰਿਪੋਰਟ ਜਿਹੜੀ ਹੈ ਉਹਨੂੰ ਪਬਲਿਕ ਕਰੇਗਾ। ਅਸੀਂ ਉਹਨੂੰ 1972-73 ਦੇ ਦੱਬ ਕੇ ਬੈਠੇ, ਅਸੀਂ ਉਹਨੂੰ ਪਬਲਿਕ ਨਹੀਂ ਕਰਨ ਰਹੇ। ਸਿਰਫ ਇਹ ਹੀ ਨਹੀਂ, ਉਸ ਤੋਂ ਬਾਅਦ ਵੀ ਕਿੰਨਾ ਕੁਝ ਹੋਇਆ, ਭਲੇ ਉਜੜੀ ਕੈਂਪ ਹੋਏ ਅਤੇ ਭਲੇ ਜ਼ਿਆਉਲ ਹਕ ਸਾਹਿਬ ਦੇ ਤਿਆਰੇ ਨੂੰ ਹੋਣ ਵਾਲਾ ਹਾਦਸਾ ਹੋਵੇ, ਅਤੇ ਭਲੇ ਭੁੱਟੋ ਸਾਹਿਬ ਦੇ ਨਾਲ ਜੋ ਕੁਝ ਹੋਇਆ ਉਹ ਹੋਵੇ, ਅਤੇ ਭਲੇ ਉਸਾਮਾ ਬਿਨ ਲਾਦਨ ਦਾ ਪਾਕਿਸਤਾਨ 'ਚੋਂ ਨਿਕਲਣਾ ਔਰ ਉੱਥੇ ਮਾਰੇ ਜਾਣਾ ਉਹ ਕਮਿਸ਼ਨ ਹੋਵੇ,
ਜਾਂ ਮਿਸਿੰਗ ਪਰਸਨਸ ਦਾ ਕਮਿਸ਼ਨ ਹੋਵੇ ਜਾਂ ਹੋਰ ਲਾਤਾਦਾਦ ਕਿਸਮ ਦੀਆਂ ਇਨਕੁਆਇਰੀਆਂ ਨੇ, ਅਸੀਂ ਉਹਨਾਂ ਤਮਾਮ ਇਨਕੁਆਇਰੀਜ਼ ਨੂੰ ਦਬਾ ਕੇ ਬੈਠੇ ਔਰ ਕਲਾਸੀਫਾਈ ਕਰਕੇ ਬੈਠੇ। ਅਸੀਂ ਚਾਹੁੰਦੇ ਹੀ ਨਹੀਂ ਕਿ ਸਾਡੀ ਆਵਾਮ ਨੂੰ ਜਿਹੜਾ ਸੱਚ ਪਤਾ ਲੱਗੇ, ਔਰ ਸੱਚ ਅਸੀਂ ਉਹੀ ਦੱਸਦੇ ਜਿਹੜਾ ਮੁਤਾਲਿਆ ਪਾਕਿਸਤਾਨ 'ਚ ਦੱਸਦੇ, ਔਰ ਉਹ ਸੱਚ ਨਹੀਂ ਹੁੰਦਾ। ਉਹਦਾ ਸੱਚ ਦੇ ਨਾਲ ਕੋਈ ਦੂਰ ਦੂਰ ਤੱਕ ਉਹਦਾ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ ਹੁੰਦਾ। ਤੁਸੀਂ ਵੇਖਿਆ ਹੀ ਹੈ ਕਿ ਪਹਿਲਾਂ ਚੌਧਰੀ ਸਾਹਿਬ ਆਪਣੀ ਮਰਜ਼ੀ ਦਾ ਮੁਤਾਲਿਆ ਪਾਕਿਸਤਾਨ ਲਿਖਦੇ ਸਨ ਅਤੇ ਲਿਖਵਾਉਂਦੇ ਸਨ ਅਤੇ ਸਾਨੂੰ ਪੜ੍ਹਾਉਂਦੇ ਸਨ। ਸਾਨੂੰ ਉਹੀ ਪਤਾ ਹੁੰਦਾ ਹੈ, ਅਤੇ ਜਿਨ੍ਹਾਂ ਨੇ ਉੱਥੋਂ ਤੱਕ ਹੀ ਪੜ੍ਹਿਆ ਉਹਨਾਂ ਨੂੰ ਜਦੋਂ ਕੋਈ ਗੱਲ ਸੱਚੀ ਦੱਸੋ ਤਾਂ ਉਹ ਏਡੇ ਜੋਸ਼ੀਲੇ ਹੁੰਦੇ ਨੇ। ਅਸੀਂ ਵੀ ਕਦੇ ਏਡੇ ਹੀ ਜੋਸ਼ੀਲੇ ਸਾਂ। ਉਹ ਛੁਰੀ ਕੱਢ ਲੈਂਦੇ ਨੇ, ਉਹ ਆਉਂਦੇ ਨੇ ਤੁਸੀਂ ਮੁਲਕ ਦੇ ਖਿਲਾਫ ਗੱਲਾਂ ਕਰਦੇ ਹੋ ਅਤੇ ਤੁਸੀਂ ਬੈਰੂਨੀ ਏਜੰਟ ਹੋ। ਇਹ ਗੱਲ ਭਾਵੇਂ ਭਲਾ ਕਿਸ ਤਰ੍ਹਾਂ ਹੋ ਸਕਦੀ? ਮਸਲਨ ਅਸੀਂ ਕੁਝ ਬਹੁਤ ਹੀ ਵੱਡੀਆਂ ਵੱਡੀਆਂ ਬੇਵਕੂਫੀਆਂ 'ਚ ਸਾਰੀ ਉਮਰ ਤੋਂ ਮੁਬਤਲਾ, ਔਰ ਹਜੇ ਵੀ ਕਰੋੜਾਂ ਦੀ ਤਾਦਾਦ 'ਚ ਪਾਕਿਸਤਾਨੀ ਜਿਹੜੇ ਨੇ ਉਹ ਇਹਨਾਂ ਗੱਲਾਂ ਦੇ ਵਿੱਚ ਮੁਬਤਲਾ ਨੇ। ਮਸਲਨ ਸਾਡੀਆਂ ਬੇਵਕੂਫੀਆਂ ਦੀ ਆਲਮ ਇਹ ਵੇਖੋ ਵੀ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਦੁਨੀਆ 'ਚ ਨੰਬਰ 1 ਹੈ। ਅਸੀਂ ਆਨੇ ਸਾਡੇ PIA ਦੇ ਪਾਇਲਟ ਦੁਨੀਆ 'ਚ ਨੰਬਰ 1 ਨੇ। ਇਹ ਕਿਸੇ ਹੋਰ ਨੇ ਸਾਨੂੰ ਨਹੀਂ ਦੱਸਿਆ। ਇਸ ਤਰ੍ਹਾਂ ਨਹੀਂ ਹੋਇਆ ਵੀ ਅਸੀਂ ਕਿਤੇ ਮੁਕਾਬਲਾ ਕੀਤਾ ਹੈ ਜਾਂ ਕਿਸੇ ਨੇ ਸਾਨੂੰ ਸਨਦ ਦਿੱਤੀ ਹੈ। ਅਸੀਂ ਆਪੇ ਹੀ ਫੈਸਲਾ ਕਰ ਲਿਆ। ਇਸੇ ਤਰੀਕੇ ਨਾਲ ਸਾਡੀ ISI ਪੂਰੀ ਦੁਨੀਆ ਦੀ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਨੰਬਰ 1 ਹੈ। ਇਸੇ ਤਰੀਕੇ ਨਾਲ ਸਾਡੇ ਡਾਕਟਰ ਹੋਣ ਜਾਂ ਇੰਜੀਨੀਅਰ ਹੋਣ, ਉਹ ਪੂਰੀ ਦੁਨੀਆ 'ਚ ਨੰਬਰ 1 ਨੇ। ਕਦੇ ਕਿਸੇ ਪਾਕਿਸਤਾਨੀ ਨੂੰ ਪੁੱਛਣਾ ਕਿ ਜਿਹੜਾ ਪਾਕਿਸਤਾਨੀ ਖਾਣਾ ਹੈ ਉਹ ਗੋਰਿਆਂ ਨੂੰ ਪਸੰਦ ਹੈ, ਅਤੇ ਜਵਾਬ ਆਏਗਾ ਹਾਂਜੀ, ਸਾਡਾ ਜਿਹੜਾ ਖਾਣਾ ਹੈ ਉਹ ਗੋਰਿਆਂ ਨੂੰ ਬੜਾ ਪਸੰਦ ਹੈ। ਜਿਹੜੇ ਲੋਕ ਯੂਰਪ 'ਚ ਰਹਿੰਦੇ ਨੇ ਜਾਂ ਅਮਰੀਕਾ 'ਚ ਰਹਿੰਦੇ ਨੇ ਜਾਂ ਐਸੇ ਇਲਾਕਿਆਂ 'ਚ ਰਹਿੰਦੇ ਨੇ, ਦੁਬਈ ਨੂੰ ਛੱਡ ਕੇ ਉੱਥੋਂ ਦਾ ਮਾਹੌਲ ਜ਼ਰਾ ਡਿਫਰੈਂਟ ਹੈ। ਬਾਕੀ ਪੂਰੀ ਦੁਨੀਆ ਦੇ ਵਿੱਚ ਤੁਸੀਂ ਵੇਖੋਗੇ ਅਤੇ ਜਿਹੜੇ ਸਾਡੇ ਰੈਸਟੋਰੈਂਟ ਨੇ ਉੱਥੇ ਤੁਹਾਨੂੰ ਕਿਤੇ ਹਾਈ ਮਾਈ ਗੋਰਾ ਬੈਠਾ ਨਹੀਂ ਲੱਭੇਗਾ। ਹੁਣ ਉਹਦੇ 'ਚ ਆਖ ਦਿੰਦੇ ਨੇ ਕਿ ਨਹੀਂ ਜੀ ਉਹ 'ਚ ਮਿਰਚ ਇੰਨੀ ਹੁੰਦੀ ਕਿ ਉਹਨਾਂ ਕੋਲੋਂ ਖਾਧੀ ਨਹੀਂ ਜਾਂਦੀ। ਚਲੋ ਨਾਨ ਤੇ ਖਾ ਲੈਣਗੇ ਨਾ ਤੁਹਾਡੇ ਕੋਲ ਆ ਕੇ, ਉਹਦੇ 'ਚ ਤਾਂ ਮਿਰਚ ਨਹੀਂ ਹੁੰਦੀ। ਤੁਹਾਡੀਆਂ ਵੀ ਕਈ ਸ਼ੈਵਾਂ ਨੇ, ਗਰਮ ਗਰਮ ਗੁਲਾਬ ਜਾਮਣਾ ਵੇਚਦੇ ਹੋ, ਉਹੀ ਆ ਕੇ ਖਾ ਲੈਣਗੇ। ਰੌਲਾ ਇਹ ਹੈ ਕਿ ਉਹ ਫੂਡ ਦਾ ਜਿਹੜਾ ਸਾਡਾ ਪੂਰੇ ਦਾ ਪੂਰਾ ਮੈਕੈਨਿਜ਼ਮ ਹੈ ਔਰ ਹਾਈਜੀਨ ਦਾ ਪੂਰਾ ਸਿਸਟਮ ਹੈ, ਉੱਥੋਂ ਕੋਈ ਸਾਡੇ ਲਾਗੇ ਨਹੀਂ ਲੱਗਦਾ। ਇਸੇ ਲਈ ਜਦੋਂ ਵੀ ਕਦੇ ਕਿਸੇ ਦੇਸੀ ਰੈਸਟੋਰੈਂਟ, ਇਹ ਹੁਣ ਮੈਂ 100% ਨਹੀਂ ਕਹਿੰਦਾ, ਦੁਨੀਆ 'ਚ ਕੁਝ ਮੈਂ ਇਹੋ ਜਿਹੇ ਦੇਸੀ ਰੈਸਟੋਰੈਂਟ ਜ਼ਰੂਰ ਵੇਖੇ ਨੇ ਜਿੱਥੇ ਗੋਰੇ ਵੀ ਆਉਂਦੇ ਨੇ। ਹੁਣ ਇਹ ਨਹੀਂ ਕਹਿਣਾ ਕਿ ਗਿੱਲ ਸਾਹਿਬ ਤੁਸੀਂ ਗਲਤ ਕਹਿੰਦੇ ਹੋ, ਫਲਾਣੇ ਥਾਂ 'ਤੇ ਮੈਂ ਤਾਂ ਗੋਰਾ ਵੇਖਿਆ ਸੀ। ਬਿਲਕੁਲ ਵੇਖਿਆ ਹੋਏਗਾ। ਮੈਂ ਇਹ ਨਹੀਂ ਆਖਿਆ ਵੀ ਉਹਨਾਂ ਨੂੰ ਵੀਜ਼ਾ ਲੈਣਾ ਪੈਂਦਾ ਉੱਥੇ ਆਉਣ ਲਈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਉਹ ਦੂਜੇ ਮੁਲਕਾਂ ਦੇ ਖਾਣੇ 'ਤੇ, ਅਗਰ ਤੁਸੀਂ ਕਿਸੇ ਟਰਕਿਸ਼ ਰੈਸਟੋਰੈਂਟ ਜਾਓਗੇ ਜਾਂ ਕਿਤੇ ਹੋਰ ਜਾਓਗੇ, ਜਿੰਨੇ ਤਵਾਤਰ ਨਾਲ ਗੋਰੇ ਉੱਥੇ ਬੈਠੇ ਹੋਣਗੇ ਸਾਡੇ ਦੇਸੀ ਰੈਸਟੋਰੈਂਟਾਂ 'ਚ ਨਹੀਂ ਬੈਠੇ ਹੁੰਦੇ। ਉਸ ਦੇ ਬਾਵਜੂਦ ਅਸੀਂ ਮੂੰਹ ਭਰ ਕੇ ਆਨੇ ਹਾਂ ਕਿ ਅਸੀਂ ਜਿਹੜਾ ਉਹ ਨੰਬਰ 1 ਹੈ, ਸਾਡਾ ਖਾਣਾ ਵੀ ਨੰਬਰ 1 ਹੈ, ਸਾਡੀ ਇੰਟੈਲੀਜੈਂਸ ਏਜੰਸੀ ਵੀ ਨੰਬਰ 1 ਹੈ, ਸਾਡੀ PIA ਦੇ ਪਾਇਲਟ ਵੀ ਨੰਬਰ 1 ਨੇ, ਅਤੇ ਪਤਾ ਨਹੀਂ ਕਿਹੜੀ ਸ਼ੈ ਦੇ ਵਿੱਚ ਅਸੀਂ ਨੰਬਰ 1 ਹੈ। ਇੱਥੋਂ ਤੱਕ ਕੰਮ ਚੁੱਕਦੇ ਨੇ ਆ ਵੀ ਜੇ ਕਿਸੇ ਹੋਰ ਦੇ ਉੱਤੇ ਕੋਈ ਅਜ਼ਾਬ ਆ ਜਾਏ। ਕੈਲੀਫੋਰਨੀਆ 'ਚ ਪਿਛਲੇ ਦਿਨੋਂ ਅੱਗ ਲੱਗ ਗਈ, 24 ਬੰਦੇ ਉੱਥੇ ਸੜ ਕੇ ਮਰ ਗਏ, ਅਤੇ ਅਸੀਂ ਆਖਿਆ ਉਹਨਾਂ 'ਤੇ ਅਜ਼ਾਬ ਆਇਆ ਹੈ। ਅਤੇ ਅੱਜ ਮੇਰੇ ਕੋਲ ਫਿਰ ਸਟੋਰੀ ਹੈ, 2 ਸਟੋਰੀਆਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ। ਜਿਹੜੀਆਂ 2 ਸਟੋਰੀਆਂ ਪਹਿਲਾਂ ਦਿੱਤੀਆਂ ਨੇ ਉਹ ਤਾਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਇੱਕ 7 ਸਾਲਾ ਬੱਚਾ ਕਰਾਚੀ ਦੇ ਵਿੱਚ ਗਰਦਨ ਤੋੜ ਕੇ ਕਤਲ ਕੀਤਾ ਗਿਆ ਅਤੇ ਨਾਲ ਜਿਨਸੀ ਜ਼ਿਆਦਤੀ ਕੀਤੀ ਗਈ। ਲਾਲਾ ਮੂਸੇ ਦੇ ਵਿੱਚ ਖਾਰੀਆਂ ਲਾਲਾ ਮੂਸਾ, ਇਸ ਇਲਾਕੇ 'ਚ 4 ਸਾਲ ਦੀ ਬੱਚੀ, ਉਹਨੂੰ ਕਤਲ ਕੀਤਾ ਗਿਆ ਔਰ ਨਾਲ ਜਿਨਸੀ ਜ਼ਿਆਦਤੀ ਕੀਤੀ ਗਈ। ਔਰ ਅੱਜ ਮੇਰੇ ਕੋਲ ਖਬਰ ਹੈ 2 ਸਾਲ ਦੇ ਬੱਚੇ ਦੀ। ਹੁਣ ਇੱਕ ਪਾਸੇ ਮੈਂ ਇਹ ਵੇਖਣਾ ਅਤੇ ਇੱਕ ਪਾਸੇ ਮੈਂ ਵੇਖਣਾ ਸਾਡੀ ਨੰਬਰ 1 ਤਬੀਅਤ। ਇਹ ਸਾਰੀਆਂ ਹਰਕਤਾਂ ਕਰਦੇ ਹਾਂ, ਲੇਕਿਨ ਸਾਨੂੰ ਲੱਗਦਾ ਭੈੜੇ ਦੂਜੇ ਨੇ, ਅਸੀਂ ਚੰਗੇ। ਇਹ ਜਿਹੜੀ ਖੁਦਪਸੰਦੀ ਹੈ, ਇਹ ਜਿਹੜੀ ਸਾਨੂੰ ਐਵੇਂ ਹੀ ਇੱਕ ਅਸੀਂ ਝੂਠਾ ਬਿਆਨੀਆ ਆਪਣੇ ਉੱਤੇ ਬਣਾਇਆ ਔਰ ਇੱਕ ਰੂਪ ਧਾਰਿਆ ਹੈ। ਮੈਂ ਇਹ ਨਹੀਂ ਆਂਦਾ ਵੀ ਅਸੀਂ ਦੁਨੀਆ 'ਚ ਸਭ ਤੋਂ ਭੈੜੇ ਹਾਂ। ਮੈਂ ਕੋਈ ਬੈਸ਼ਿੰਗ ਆਪਣੀ ਨਹੀਂ ਕਰਨ ਡਿਆ, ਆਪਣੀ ਕੌਮ ਦੀ, ਆਪਣੀ ਨਸਲ ਦੀ, ਆਪਣੇ ਲੋਕਾਂ ਦੀ ਕੋਈ ਅੱਲਾ ਵਾਸਤੇ ਐਵੇਂ ਤਨਕੀਦ ਨਹੀਂ ਕਰ ਰਿਹਾ। ਲੇਕਿਨ ਮੈਂ ਇਹ ਕਹਿ ਰਿਹਾ ਕਿ ਇਹ ਜਿਹੜਾ ਸਾਡਾ ਤਰੀਕਾ ਵਾਰਦਾਤ ਹੈ ਕਿ ਅਸੀਂ ਮਿਰਚਾਂ ਦੇ ਪੂਰੇ ਮੁਲਕ ਦੇ ਵਿੱਚੋਂ ਖਾਲਸ ਸਾਨੂੰ ਕਿਤੋਂ ਲੱਭ ਨਹੀਂ ਸਕਦੀਆਂ। ਪੂਰੇ ਮੁਲਕ ਦੇ ਵਿੱਚ ਫਿਰ ਲਓ, ਕਿਤਿਓਂ ਦੁੱਧ ਦਾ ਸੇਰ ਜਿਹੜਾ ਉਹ ਤੁਹਾਨੂੰ ਖਾਲਸ ਨਹੀਂ ਲੱਭ ਸਕਦਾ ਪੂਰੇ ਮੁਲਕ 'ਚ। ਲੇਕਿਨ ਉਮਰਾ ਕਰਨ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਾਡਾ। ਹਜ ਕਰਨ 'ਚ ਵੀ ਜਿਹੜੇ ਪਹਿਲੇ 2, 3, 4 ਨੰਬਰ ਨੇ ਉਹ ਵੀ ਸਾਡੇ ਨੇ। ਅਤੇ ਮਜ਼ਹਬੀ ਤੌਰ 'ਤੇ ਵੀ ਅਸੀਂ ਆਨੇ ਹਾਂ ਵੀ ਜਿਹੜੇ ਜੰਨਤ ਦੇ ਵਿੱਚ ਵਿਲੇ ਸਾਡੇ ਹੋਣੇ ਨੇ ਉਹ ਕਿਸੇ ਹੋਰ ਦੇ ਨਹੀਂ ਹੋਣੇ। ਹੁਣ ਮੈਂ ਜ਼ਾਹਿਰ ਹੈ ਫਤਵਾ ਦੇਣ ਵਾਲਾ ਤਾਂ ਕੋਈ ਨਹੀਂ ਹੁੰਦਾ ਵੀ ਜੰਨਤ 'ਚ ਰੱਬ ਨੇ ਕਿਹਨੂੰ ਲੈ ਕੇ ਜਾਣਾ। ਹੋ ਸਕਦਾ ਬਹੁਤੇ ਬੰਦੇ ਪਾਕਿਸਤਾਨ ਤੋਂ ਹੀ ਜਾਣੇ ਹੋਣ, ਇਹ ਤਾਂ ਰੱਬ ਨੂੰ ਪਤਾ। ਲੇਕਿਨ ਜਿਹੜੀਆਂ ਰੱਬ ਨੇ ਸਾਨੂੰ ਅਹਿਕਾਮਾਤ ਦਿੱਤੇ ਨੇ ਉਹਨਾਂ ਦੇ ਮੁਕਾਬਲੇ 'ਚ ਜਿਹੜੀਆਂ ਸਾਡੀਆਂ ਕਰਤੂਤਾਂ ਨੇ, ਉੱਥੋਂ ਤਾਂ ਮੈਨੂੰ ਲੱਗਦਾ ਵੀ ਮਾਮਲਾ ਥੋੜ੍ਹਾ ਜਿਹਾ ਜਿਹੜਾ ਉਹ ਮੁਸ਼ਕਿਲ ਹੈ। ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਇਹ ਹੈ ਕਿ ਆਫਤਾਬ
अहमद खान शेरपाओ बड़े ही मारूफ और सीनियर सियासतदान ने, पाकिस्तान के वजीर दाखिला भी रहे ने। उन्होंने हुणे कहा है कि इमरान खान के खिलाफ अदमे एतमाद लियाना जिहड़ा वो सियासी गलती सी। अदमे एतमाद लियाउण तो बाद इमरान खान की मकबूलीयत इन्नी वध गई कि ना कोई सियासी जमात ते ना कोई होर दा मतलब उन्हां दा इस वेले जनरल आसिम मुनीर ने ते इस तो पहलां जिहड़े ने वो जनरल बाजवा ने, ते ना किसी नूं समझ आ रही है तो किवें इस काम नूं डकना ते ना कोई मुकाबला कर सकता है। मतलब उन्होंने आख्या भी ये उंगल दे बैठे ने इस काम च, तो चलदी शै च उंगल देती है तो हुण उंगल वड्डी गई तो हुण आई भी करते हैं तो दसदे भी किसी नहीं। गल उन्हां दी ठीक है, ये अगर ना लियाउंदे तहरीके अदम एतमाद तो शायद अज मुल्क 6% नाल ग्रो करने वाला अज मुल्क दे विच गुरबत की हालत ना होंदी। अगली खबर जिहड़ी तुहाडे सामने रखनी है वो भा कैप्टन सफदर जिहड़ा उन्हां दी है। कैप्टन सफदर साहब ने आख्या है भी नवाज शरीफ साहब नूं इलैक्शन लड़ाउण वास्ते हज़ारा लियाए सन। ख्याल सी कि वो इलैक्शन जित के ते वज़ीर आज़म बनणगे या उन्हां नूं असीं वज़ीर आज़म बनवावांगे, लेकिन उन्होंने कहा ये नहीं होया। ये बड़े दुख की गल है भी असीं उन्हां नूं हज़ारे लिआंदा भी ते लेकिन उन्हां नूं 1000 वोट भी ना पए, मतलब कि ये तो 1000 तो चलो पए होणगे लेकिन मतलब कि वो उत्थों हार गए। उन्हें कहा यह ही रब नूं मंजूर सी। लेकिन तुहानूं पता है कि भा सफदर जिहड़ा है वो एक हिम्मत वाला बंदा है, हिम्मत नहीं हारदा। जिड्डा हिम्मती भा सफदर, मतलब उहदे नाल जो भी हो जाए। भा सफदर वो खेड खेडन डिया जिंदगी की जिहदे विच जदों भी भा सफदर 99 दे लागे जांदा है तो उहनूं सप्प वड़ लैंदा है तो उत्थों वो थल्ले आ जांदा है। सीढ़ी तो भा सफदर नूं लभी सी, सीढ़ी तो इहो जी लभी सी कि भा सफदर कोई 20 22 23 दे उत्तों चढ़िया सी सीढ़ी ते सीधा जा वज्जा सी कोई 87 ते। लेकिन अगों जिहड़ा सप्प है वो भी बड़ा, बल्कि हुण मैनूं नहीं पता भी हुण वो जिहड़ी लुडो दे उत्ते सप्प हुंदा कि सपनी हुंदी ये मैनूं नहीं पता। बहरहाल वो जिहड़ा सप्प है या सपनी है लुडो का वो भा सफदर नूं 97 ते जाके इहो जिहा लड़दा है कि भा सफदर जिहड़ा 99 के चक्कर च पिया रहिंदा है, काम पूरा उहदा नहीं हुंदा। हुण भा सफदर ने वेखो कितना ऑप्टमिस्टिक ते प्रैगमैटिक आदमी है। उन्हें आख्या चलो नवाज शरीफ साहब नहीं जिते, ये अल्लाह का यही फैसला है, सानू बड़ा दुख है। लेकिन अगली गल सुनो उन्होंने, उन्हें आख्या खैबर पख्तूनख्वा की बहू वजीर आला पंजाब है। ये खैबर पख्तूनख्वा वास्ते बहुत वड्डे एजाज़ की गल है। हुण इत्ते मैं भाजी तुहाडा दिल नहीं तोड़ना चाहुंदा ते मैं इत्ते तजिया कोई नहीं करना, तो तुसी ठीक है, तुसी दुरुस्त गल करदे हो, तुसी जो आंदे हो ठीक आंदे हो। जिड्डा तुहाडे नाल जुल्म हो गया तुहाडे उत्ते मैं की एतराज़ करां ते की तुहाडे उत्ते जिहड़ा मजीद कोई गलबात करां। अच्छा जी, यह एक अखबार का तराशा है, ये ज़रा वेखो। अखबार आंदी है तेरे दम से हैं सलामत ये बहारें याद रखना, है जे सहाफत पाकिस्तान की। तो इहो जी सहाफत चौधरी साहब नूं चाहिदी है तो बाजी नूं चाहिदी है। ਇਹ सहाफत है जी मियाँ साहब आंदे ने भी 2 बोटियां होर पा के खाओ। चेते करो इरफान सदीकी साहब ने मूँह दे विच बुरकी पाई सी ते इस पासे की गल जिहड़ी सी वो पाटण वाली होई सी। उन्हां दी बुरकी दा एडी वड्डी किते बुरकी पा बैठे सन, बुरकी नहीं सी, लागे बैठे बंदे ने दस्सिया सी भी उन्हां ने जिहड़ा पूरी वड्डी बोटी सी वो ही किते रख लई सी। उन्होंने जिवें नसवार रखी दी है उवें उन्होंने गल थल्ले रख लई सी ते दूजी नूं हत्थ पा लिया सी। तो उन्हां दी गल इवें फुली सी एडी वड्डी बुरकी पा के या बुरका पा के, बुरका तो वैसे दूजा हुंदा जिहड़ा खवातीन पाउंदियां ने, पर बुरकी तो मैं बुरका बना दिता उन्होंने। तो उन्हां एडी वड्डी बुरकी पा छड़ी सी मूँह च कि उन्हां दी गल इवें लगदी सी जिवें तुसीं कदे बसां ते मैं गलत कहता है, ट्रक्कां दे उत्ते तूड़ी लदी होवे ते वो जिवें भरे जा रहे हुंदे ने भी कोई शै अगों पिछों नज़र नहीं आउंदी। उन्हां दियां गल्लां भी इंज ही फुलियां हुंदियां ने हर पासे। तो उहो जिहा मामला बनिया सी इरफान सदीकी साहब दा। लेकिन नाल खलोते मियाँ साहब कहण डए सन कि मुंडिओ बोटियां होर पा के दिओ। तो ये वो सहाफत है जिथे बोटियां पा के दिंदे ने। हुण मुसीबत एक नवीं बन गई। पहले की सी, पहले असीं 5 रुपइयां दी या जिहड़े बजुर्ग ने उन्हें शायद रुपये की भी लई होवे, 5 पैसे की भी लई होवे, 8 आने की भी लई होवे, लेकिन साडे जमाने 3 रुपये 5 रुपये तो असीं भी वेखदे रहे। अखबार हुंदी सी, अखबार वाले दी मर्जी है, मशीन ओहदी, कलम ओहदा, छपाई ओहदी। वो 2 बोटियां खावे नवाज शरीफ साहब कोलों या 4 खावे, खबर दे उत्ते जो दिल करदा वो लिखे। साडे पल्ले की सी, साडे पल्ले ये सी कि अखबार ने आना है तो रुपये दे के उन्होंने खरीद लो, तो चाह दे कोप दे नाल बह के ते उस अखबार नूं पढ़ो, तो जो उन्हें मदीर ने या उहदे रिपोर्टर ने लिखिया वो चुप करके वो घुट्टो वट्टी, मतलब चाह दा घुट लैंदे जाओ तो नाल वो झूठ जिहड़ा उहनूं निगलदे जाओ।
ਹੁਣ ਤੁਸੀਂ ਆਖੋਗੇ ਕਿ ਨਹੀਂ ਜੀ ਅਖਬਾਰਾਂ ਕਈ ਹੁੰਦੀਆਂ ਸਨ, ਇੱਕ ਨੇ ਝੂਠ ਲਿਖਿਆ ਤੇ ਦੂਸਰਾ ਪੜ੍ਹ ਲਓ। ਅਤੇ ਕਿੰਨੀਆਂ ਕੁ ਹੁੰਦੀਆਂ ਸਨ? 5 ਹੁੰਦੀਆਂ ਸਨ ਜਾਂ 7 ਹੁੰਦੀਆਂ ਸਨ। ਅਤੇ ਮੀਆਂ ਸਾਹਿਬ ਦੇ ਕੋਲੋਂ ਕਿਹੜਾ ਬੋਟੀਆਂ ਮੁੱਕ ਜਾਂਦੀਆਂ ਸਨ, ਉਹ ਸਾਰਿਆਂ ਨੂੰ ਖਵਾ ਦਿੰਦੇ ਸਨ। ਹੁਣ ਫ਼ਰਕ ਕੀ ਪਿਆ? ਹੁਣ ਫ਼ਰਕ ਪਿਆ ਵੀ ਟੈਕਨੋਲੋਜੀ ਆਉਣ ਨਾਲ ਮਾਮਲਾ ਬਦਲ ਗਿਆ। ਮਾਮਲਾ ਕਿਵੇਂ ਬਦਲਿਆ? ਚੇਤੇ ਕਰੋ ਕਿ ਪਹਿਲਾਂ ਪੂਰੇ ਪਿੰਡ 'ਚ ਇੱਕ ਬਾਬਾ ਘੜੀ ਵਾਲਾ ਹੁੰਦਾ ਸੀ। ਪਿੰਡਾਂ ਵਾਲਿਆਂ ਨੂੰ ਇਸ ਗੱਲ ਦਾ ਪਤਾ ਵੀ ਜਿੰਨੇ ਪਾਣੀ ਲਾਉਣ ਜਾਣਾ ਹੁੰਦਾ ਸੀ, ਉਹ ਘੜੀਆਂ ਜਿਹੜੀਆਂ ਨੇ ਉਸ ਵੇਲੇ ਹਿੱਲ ਕੇ ਚੱਲਦੀਆਂ ਸਨ ਜਾਂ ਚਾਬੀ ਨਾਲ ਚੱਲਦੀਆਂ ਸਨ। ਪਿੰਡਾਂ ਵਾਲੇ ਤੁਹਾਨੂੰ ਪਤਾ ਮਸਰੂਫ ਬਾਹਲੇ ਹੁੰਦੇ ਸੀ, ਟਾਈਮ ਹੋਰ ਤਾਂ ਕਿਸੇ ਚੀਜ਼ ਦੇ ਵਿੱਚ ਉਹਨਾਂ ਨੂੰ ਚਾਹੀਦਾ ਨਹੀਂ ਸੀ ਸਿਵਾਏ ਪਾਣੀ ਬੰਨ੍ਹਣ ਤੋਂ। ਇਸ ਲਈ ਪੂਰੇ ਘਰ ਦੇ ਵਿੱਚ ਕੋਈ ਘੜੀ ਨੂੰ ਚਾਬੀ ਨਹੀਂ ਸੀ ਦਿੰਦਾ। ਹਰ ਹਫਤੇ ਦੇ ਹਫਤੇ ਜਿਸ ਵੇਲੇ ਪਾਣੀ ਦੀ ਵਾਰੀ ਦਾ ਟਾਈਮ ਆਉਂਦਾ ਸੀ ਅਤੇ ਕਈ ਮੋਢੇ 'ਤੇ ਰੱਖ ਕੇ ਇੱਕ ਜਵਾਨ ਘਰ ਦੇ ਵਿੱਚੋਂ ਉਸ ਘੜੀ ਨੂੰ ਫੜ ਕੇ ਅਤੇ ਅੱਪੜਦਾ ਸੀ ਜਾ ਕੇ ਘੜੀ ਵਾਲੇ ਚਾਚੇ ਦੇ ਕੋਲ। ਉੱਥੋਂ ਘੜੀ ਨੂੰ ਪਹਿਲਾਂ ਚਾਬੀ ਦਿੰਦਾ ਸੀ। ਜਿਸ ਵੇਲੇ ਸੂਈ ਟਿਕ ਟਿਕ ਕਰਨੀ ਸ਼ੁਰੂ ਕਰਦੀ ਸੀ ਅਤੇ ਬਾਬੇ ਘੜੀ ਵਾਲੇ ਕੋਲ ਪੁੱਛਦਾ ਸੀ ਵੀ ਇਸ ਵੇਲੇ ਟਾਈਮ ਕੀ ਹੋਇਆ। ਉਹ ਟਾਈਮ ਦੱਸਦਾ ਸੀ। ਉੱਥੇ ਬਹਿ ਕੇ ਟਾਈਮ ਉਹਨੂੰ ਆਉਂਦੇ ਸੀ ਟਾਈਮ ਮਿਲਾਉਣ ਜਾਣਾ। ਟਾਈਮ ਮਿਲਾ ਲਿਆ ਉਹਦੇ ਨਾਲ ਅਤੇ ਫਿਰ ਜਾ ਕੇ ਆਪਣਾ ਪਾਣੀ ਬੰਨ੍ਹ ਲਿਆ। ਇਹ ਤਾਂ ਹੁੰਦੀ ਸੀ ਸੌਖੇ ਜ਼ਿਮੀਂਦਾਰ ਦੀ ਗੱਲ। ਜਿਹੜਾ ਮਾੜਾ ਜ਼ਿਮੀਂਦਾਰ ਸੀ ਉਹਦੇ ਕੋਲ ਘੜੀ ਹੁੰਦੀ ਨਹੀਂ ਸੀ, ਅਤੇ ਉਹ ਜਿਹੜਾ ਜਾ ਕੇ ਬਾਬੇ ਘੜੀ ਵਾਲੇ ਕੋਲ ਬੈਠਾ ਹੁੰਦਾ ਸੀ ਅਤੇ ਉਹਨੂੰ ਪਤਾ ਹੁੰਦਾ ਸੀ ਵੀ ਮੇਰੀ ਜ਼ਮੀਨ ਕਿੱਡੀ ਦੂਰ ਹੈ। ਜੇ ਜ਼ਮੀਨ 5 ਮਿੰਟ ਦੂਰ ਹੈ ਤਾਂ ਉਹਨੇ ਬਾਬੇ ਨੂੰ ਆਖਿਆ ਵੀ ਜਦੋਂ 5 ਮਿੰਟ ਰਹਿ ਗਏ ਮੇਰੇ ਟਾਈਮ 'ਚ ਤੂੰ ਦੱਸ ਦੇ। ਬਾਬੇ ਨੇ ਉਹਨੂੰ ਦੱਸਣਾ ਵੀ 5 ਮਿੰਟ ਰਹਿ ਗਏ ਨੇ, ਅਤੇ ਉਸ ਤੋਂ ਬਾਅਦ ਉਹਨੇ ਦੁੜਕੀ ਲਾ ਦੇਣੀ, ਪੈਰਾਂ 'ਚ ਜੁੱਤੀ ਨਾ, ਕਈ ਮੋਢੇ 'ਤੇ, ਅਤੇ ਉੱਡਦੇ ਜਾਣਾ, ਅਤੇ ਇੰਨਾ ਉੱਡਦੇ ਜਾਣਾ ਵੀ ਜਾ ਕੇ ਉੱਥੇ ਪਾਣੀ ਬੰਨ੍ਹ ਲਾ, ਕਿਤੇ ਪਾਣੀ ਦੇ 2 ਤੁਪਕੇ ਦੂਸਰੇ ਨੂੰ ਲੱਭ ਗਏ ਤਾਂ ਬੜਾ ਵੱਡਾ ਇਹਦਾ ਨੁਕਸਾਨ ਹੋ ਜਾਏਗਾ। ਹੁਣ ਘਰੋਂ ਘਰੀ ਘੜੀ ਹੈ ਅਤੇ ਕੋਈ ਪਿੰਡ ਦੇ ਵਿੱਚ ਬਾਬਾ ਘੜੀ ਵਾਲਾ ਨਹੀਂ ਹੈਗਾ। ਹੁਣ ਹਰ ਬੰਦਾ ਆਪਣਾ ਟਾਈਮ ਆਪੇ ਹੀ ਦੱਸਦਾ, ਕਿਸੇ ਨੂੰ ਕਿਸੇ ਨਾਲ ਟਾਈਮ ਨਹੀਂ ਮਿਲਾਉਣਾ ਪੈਂਦਾ। ਇਹ ਜਿਹੜਾ ਬਾਬਾ ਘੜੀ ਵਾਲਾ ਸੀ ਇਹ ਚੌਧਰੀ ਨਿਜ਼ਾਮਦੀਨ ਸੀ। ਉਹਦੀ ਮਰਜ਼ੀ ਸੀ ਜੋ ਵਜਾਵੇ, ਜਿੰਨੇ ਵਜੇ ਮਰਜ਼ੀ ਵਜਾਵੇ, ਉਹ 3 ਵਜੇ ਭਾਵੇਂ 4 ਵਜਾ ਦੇਵੇ, ਅਤੇ ਇਹ ਹੀ ਚੌਧਰੀ ਨਿਜ਼ਾਮਦੀਨ ਕਰਦਾ ਸੀ ਅਤੇ ਨਾਲ ਉਹਦੇ ਹਰਕਾਰੇ। ਹੁਣ ਇਹ ਜਿਹੜਾ ਛਿੱਤਰ ਤੁਹਾਡੇ ਹੱਥ ਆ ਗਿਆ, ਛਿੱਤਰ ਦਾ ਮਤਲਬ ਇਹਦੀ ਗੱਲ ਮੈਂ ਕਰਨਾ ਹੈ ਵੀ ਕਿਉਂਕਿ ਸਿੱਧਾ ਹੈ, ਛਿੱਤਰ ਵਰਗਾ ਹੈ। ਇਹ ਜਦੋਂ ਦਾ ਤੁਹਾਡੇ ਹੱਥ ਆ ਗਿਆ, ਮੋਬਾਈਲ ਫੋਨ ਦੀ ਗੱਲ ਕਰਦੇ, ਇਹਦੇ ਵਿੱਚ ਹੀ ਬਾਬਾ ਘੜੀ ਵਾਲਾ ਤੁਹਾਡੇ ਕੋਲ ਹੈ। ਤੁਸੀਂ ਵੇਖੋ ਘੜੀਆਂ ਬੰਨ੍ਹਣੀਆਂ ਤੁਸੀਂ ਛੱਡ ਦਿੱਤੀਆਂ ਨੇ, ਜੰਤਰੀ ਵੀ ਇਹਦੇ ਵਿੱਚ ਹੈ, ਕਿਸਮਤ ਦਾ ਹਾਲ ਵੀ ਇਹਦੇ ਵਿੱਚ ਹੈ, ਸਿਤਾਰਿਆਂ ਦਾ ਹਾਲ ਵੀ ਇਹਦੇ ਵਿੱਚ ਹੈ, ਕਾਰੋਬਾਰ ਦਾ ਹਾਲ ਵੀ ਇਹਦੇ ਵਿੱਚ ਹੈ, ਖਬਰਾਂ ਵੀ ਇਹਦੇ ਵਿੱਚ ਹੈ। ਗਿੱਲ ਸਾਹਿਬ ਨੂੰ ਵਿੱਚ ਹੀ ਸੁਣ ਸਕਦੇ ਹੋ, ਇਮਰਾਨ ਰਿਆਜ਼ ਨੂੰ ਵੀ ਸੁਣ ਸਕਦੇ ਹੋ, ਸਦਰ ਟਰੰਪ ਨੂੰ ਵੀ ਸੁਣ ਸਕਦੇ ਹੋ। ਇਹਦੇ ਵਿੱਚ ਹੀ ਚੌਧਰੀ ਦੀ ਬਣਦੀ ਦੁਰਗਤ ਵੀ ਵੇਖ ਸਕਦੇ ਹੋ, ਅਤੇ ਚੌਧਰੀ ਦਾ ਜਿਹੜਾ ਝੂਠ ਸੱਚ ਹੈ ਉਹ ਵੀ ਸੁਣ ਸਕਦੇ ਹੋ। ਹਰ ਸ਼ੈ ਤੁਹਾਡੇ ਹੱਥ 'ਚ ਹੈ। ਬਾਬਾ ਘੜੀ ਵਾਲਾ ਜਿਹੜਾ ਉਹ ਹੁਣ ਤੁਹਾਡਾ ਆਪਣਾ ਹੈ ਸਾਰਿਆਂ ਦਾ। ਹੁਣ ਘਰੋਂ ਘਰੀ ਇਹ ਜਿਹੜੀ ਘੜੀ ਤੋਂ ਵੀ ਅਗਲਾ ਘੜਿਆਲ ਹੈ ਉਹ ਤੁਹਾਡੇ ਹੱਥਾਂ 'ਚ ਹੈ। ਅਤੇ ਹੁਣ ਲੋਕ ਕਰਦੇ ਨੇ ਮੌਕੇ 'ਤੇ ਜੁਰਮਾਨਾ, ਲੋਕ ਕਰਦੇ ਨੇ ਬਿਜ਼ਤੀ। ਜਦੋਂ ਲੋਕ ਝੂਠ ਮਾਰਦੇ ਨੇ ਉਹਨਾਂ ਨੂੰ ਲਿਫਾਫਾ ਆਉਂਦੇ ਨੇ, ਉਹਨਾਂ ਦੀ ਦੁਰਗਤ ਬਣਾਉਂਦੇ ਨੇ। ਹੁਣ ਜਿਨ੍ਹਾਂ ਨੂੰ ਪੁਰਾਣੀਆਂ ਆਦਤਾਂ ਪਈਆਂ ਨੇ, ਬੋਟੀ ਪਹਿਲਾਂ ਇੱਕ ਮੂੰਹ 'ਚ ਰੱਖ ਲੈਣ ਦੀ ਅਤੇ ਦੂਜੀਆਂ 2 ਪਲੇਟ 'ਚ ਰੱਖਣ ਦੀ, ਉਹ ਜਿਸ ਵੇਲੇ ਉਹੀ ਕੰਮ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਅੱਗੋਂ ਤੁਸੀਂ ਮਾਰਦੇ ਹੋ ਸੋਸ਼ਲ ਮੀਡੀਆ 'ਤੇ ਲਿੱਤਰ। ਅੱਛਾ, ਸੋਸ਼ਲ ਮੀਡੀਆ ਕੀ ਹੈ? ਸੋਸ਼ਲ ਮੀਡੀਆ ਆਵਾਮ ਹੈ ਨਾ। ਜਮਹੂਰੀਅਤ ਕੀ ਹੈ? ਜਿੱਧਰ ਆਵਾਮ ਬਹੁਤੀ ਵੋਟ ਪਾ ਦਿੰਦੀ ਹੈ ਉਹਨੂੰ ਜਮਹੂਰੀਅਤ ਆਖ ਦਿੰਦੇ ਨੇ। ਇਸੇ ਤਰੀਕੇ ਨਾਲ ਸੋਸ਼ਲ ਮੀਡੀਆ ਵੀ ਤਾਂ ਆਵਾਮ ਦੀ ਆਵਾਜ਼ ਹੈ ਨਾ। ਉਹਦਾ ਤਾਂ ਹੁਣ ਨਾ ਅਸੀਂ ਸੋਸ਼ਲ ਮੀਡੀਆ ਲੈਂਦੇ, ਇਹ ਤਾਂ ਆਵਾਮੀ ਮੀਡੀਆ ਹੈ। ਆਵਾਮ ਬੈਠੀ ਗੱਲਾਂ ਕਰਨ ਰਹੀ। ਹੁਣ ਆਵਾਮ ਜਿਹੜੀ ਹੈ ਉਹਨਾਂ ਨੂੰ ਨੰਗਿਆਂ ਕਰ ਦਿੰਦੀ ਹੈ ਝੂਠ ਨੂੰ, ਜਿਹੜਾ ਬੰਦਾ ਵੀ ਝੂਠ ਵੇਚਦਾ ਹੈ। ਅਤੇ ਉਸ ਤੋਂ ਬਾਅਦ ਇਹ ਆਉਂਦੇ ਨੇ ਕਿ ਯਾਰ ਇਹ ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਨੇ ਲੋਕਾਂ ਨੂੰ ਬਦਤਮੀਜ਼ੀ ਸੁਣਾ ਦਿੱਤੀ। ਇਹ ਇਕੱਲਾ ਇਮਰਾਨ ਖਾਨ ਜਾਂ ਪਾਕਿਸਤਾਨ ਦੇ ਵਿੱਚ ਕੰਮ ਨਹੀਂ ਹੋਇਆ, ਘਰੋਂ ਘਰੀ ਇਹੀ ਆਲਮ ਜੇ। ਪੂਰੀ ਦੁਨੀਆ ਦੇ ਵਿੱਚ ਇਹ ਡੱਬਾ ਸਾਰਿਆਂ ਦੇ ਮਗਰ ਪੂਛਲ ਨਾਲ ਬੰਨਿਆ ਗਿਆ। ਹੁਣ ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਜਾਈਏ ਅਤੇ ਕਿਹੜੇ ਪਾਸੇ ਜਾਈਏ, ਅਤੇ ਕਰੀਏ ਅਤੇ ਕਿਹੜੇ ਪਾਸੇ ਕਿਹੜਾ ਕੰਮ ਕਰੀਏ। ਖਬਰਾਂ ਹੋਰ ਵੀ ਨੇ, ਮਸਲਨ ਮੇਜਰ ਤਾਹਿਰ ਸਾਦਕ ਸਾਹਿਬ ਦੀ ਬੇਟੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਕੋਲ ਜ਼ਮਾਨਤ ਸੀ, ਉਸ ਦੇ ਬਾਵਜੂਦ ਗ੍ਰਿਫਤਾਰ ਕਰ ਲਿਆ। ਬੇਸ਼ਰਮੀ ਦੀ ਆਲਮ ਵੇਖੋ। ਜਿਸ ਵੇਲੇ ਜ਼ਮਾਨਤ ਦੇ ਕਾਗਜ਼ ਵਿਖਾਏ ਅਤੇ ਫਿਰ ਉਹਨਾਂ ਨੂੰ ਛੱਡ ਦਿੱਤਾ ਗਿਆ। ਅਤੇ ਹੋਰ ਵੀ ਖਬਰਾਂ ਸਨ, ਲੇਕਿਨ ਹੁਣ ਸਾਡਾ ਵੇਲਾ ਜਿਹੜਾ ਉਹ ਖਤਮ ਹੋ ਗਿਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।